ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਰਾਤਰੀ ਦੇ ਦੀਵਾਨਾਂ ਅੰਦਰ ਸੁਭਾਇਮਾਨ ਹੋ ਰਹੀ, ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ, ਵਡਭਾਗੀਆਂ ਜੋ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ, ਅੰਮ੍ਰਿਤ ਬਾਣੀ ਦੇ ਕੀਰਤਨ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ, ਸ਼੍ਰੀ ਮੁਖ ਵਾਕ ਸੁਣ ਕਰਕੇ ਲਾਭ ਖੱਟਿਆ ਹੈ, ਲਾਹਾ ਪ੍ਰਾਪਤ ਕੀਤਾ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਸੋ ਆਓ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ, ਰਸਨਾ ਸਫਲਾਓ, ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ ਵਿਚਾਰ ਵਿੱਚ ਆਏ ਪ੍ਰਸੰਗ ਨੂੰ ਸੰਖੇਪ ਮਾਤਰ ਦੁਹਰਾਈਏ ਤਾਂ ਕਿ ਲੜੀ ਜੁੜ ਜਾਵੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਬਾਬਾ ਲਾਲ ਚੰਦ ਜੀ, ਬਾਬਾ ਹਰੀ ਚੰਦ ਜੀ ਸਮੇਤ ਪਰਿਵਾਰਾਂ ਦੇ ਵਿਆਹ ਦੇ ਵਿੱਚ ਖਰਚ ਹੋਣ ਯੋਗ ਧਨ ਲੈ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਹਨ। ਇੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ, ਮਨ ਦੀ ਇੱਛਾ ਪ੍ਰਗਟਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨਾਲ ਮਿਲ ਕਰਕੇ ਪ੍ਰਸੰਨਤਾ ਦੇ ਨਾਲ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦ ਕਾਰਜ ਦੇ ਸਮੂਹ ਕਾਰਜਾਂ ਦੀ ਆਰੰਭਤਾ ਕਰਵਾਈ ਹੈ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰੌਣਕਾਂ ਲੱਗ ਗਈਆਂ। ਤ੍ਰੇਹਣਾ ਦੀ ਕੁੱਲ ਦੇ ਵਿੱਚੋਂ, ਭੱਲਿਆਂ ਦੀ ਕੁੱਲ ਦੇ ਵਿੱਚੋਂ ਬੀਬੀ ਵੀਰੋ ਜੀ, ਹੋਰ ਵੀ ਜਿਹੜੇ ਸਾਕ ਸੰਬੰਧੀ ਗੁਰੂ ਕੇ ਪਿਆਰੇ ਸਿੱਖ ਭਾਈ ਸਾਧੂ, ਭਾਈ ਰੂਪਾ ਜੀ ਤੇ ਆਦਿਕ ਸਭ ਵਿਆਹ ਦੀ ਤਿਆਰੀ ਨੂੰ ਵੇਖ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਹਨ। ਬੇਅੰਤ ਸੰਗਤਾਂ ਦਾ ਇਕੱਠ ਹੈ। ਹਰ ਰੋਜ਼ ਗੁਰੂ ਕੇ ਸਿੱਖ ਜੁੜਦੇ ਆ, ਸਤ ਸੰਗਤ ਹੁੰਦੀ ਹੈ, ਬੀਬੀਆਂ ਮਿਲ ਕਰਕੇ ਗੁਰਬਾਣੀ ਦੇ ਸ਼ਬਦ ਗਾਇਨ ਕਰਦੀਆਂ ਹਨ। ਬੇਅੰਤ ਲੋੜਵੰਦ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਦਾ ਆਨੰਦ ਕਾਰਜ ਹੋ ਰਿਹਾ ਹੈ, ਤਿਆਰੀ ਹੋ ਰਹੀ ਹੈ, ਗੁਰੂ ਕੇ ਦੁਆਰੇ ਪਹੁੰਚ ਕੇ ਅੰਨ, ਵਸਤਰ, ਧਨ ਸਭ ਵਸਤੂਆਂ ਪ੍ਰਾਪਤ ਕਰਦੇ ਹਨ। ਔਰ ਬੇਅੰਤ ਵਾद्य ਯੰਤਰਾਂ ਨੂੰ ਵਜਾਉਣ ਵਾਲੇ ਗੁਣੀ ਲੋਕ, ਗਾਇਕ, ਛੰਦ ਇਤਿਆਦਿਕ ਗਾਉਣ ਵਾਲੇ, ਕਵਿਤਾਵਾਂ ਇਤਿਆਦਿਕ ਗਾਉਣ ਵਾਲੇ ਗਵਈਏ ਜਿਹੜੇ ਸ਼ੁਭ ਜਸ ਨੂੰ, ਪਰਮੇਸ਼ਰ ਦੇ ਨੂੰ ਵਿਖਿਆਨਣ ਵਾਲੇ ਹੈ, ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਪਹੁੰਚ ਕੇ ਮਹਾਰਾਜ ਦੀ ਸ਼ੋਭਾ ਦੇ ਵਿੱਚ ਕਵਿਤਾਵਾਂ ਕਹਿ ਕੇ ਸਤਿਗੁਰਾਂ ਦੇ ਪਾਸੋਂ ਮਨ ਭਾਉਂਦਾ ਧਨ, ਵਸਤਰ ਇਤਿਆਦਿਕ ਭੇਟਾਵਾਂ ਪ੍ਰਾਪਤ ਕਰਦੇ ਹਨ। ਇਸ ਪ੍ਰਕਾਰ ਦੇ ਨਾਲ ਬੇਅੰਤ ਸੰਗਤਾਂ ਦਾ ਇਕੱਠ ਹੈ, ਮੇਲਾ ਲੱਗਿਆ ਹੋਇਆ ਹੈ। ਹਰ ਰੋਜ਼ ਭੋਜਨ ਦਾ ਪੱਕਦਾ ਹੈ। 6 ਰਸਾਂ ਦੇ ਵਿੱਚ ਪੱਕਿਆ ਹੋਇਆ ਭੋਜਨ ਪ੍ਰਸ਼ਾਦਾ ਸਮੂਹ ਸੰਗਤਾਂ ਛਕ ਕੇ ਰਸ ਮਾਣਦੀਆਂ, ਸੁਖ ਮਾਣਦੀਆਂ।
ਸੋ ਇੱਥੋਂ ਤੱਕ ਆਪਾਂ ਕੱਲ੍ਹ ਇਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਪ੍ਰਕਾਰ ਗੁਰ ਇਤਿਹਾਸ ਦੀ ਪਾਵਨ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਦੇ ਨਾਲ ਜੁੜ ਕੇ ਨਿਹਾਲ ਹੋਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਤ ਨੌਬਤ ਦੁਆਰ ਅਗਾਰੀ। ਨਿਤ ਨੌਬਤਾਂ ਵੱਜਦੀਆਂ ਸਤਿਗੁਰਾਂ ਦੇ ਦਰਬਾਰ ਦੇ ਸਨਮੁਖ। ਇਹ ਵਾद्य ਯੰਤਰ ਹੁੰਦੇ ਆ ਪਹਿਲੇ ਸਮਿਆਂ ਦੇ ਵਿੱਚ। ਰਾਜਿਆਂ ਮਹਾਰਾਜਿਆਂ ਦੇ ਦਰਬਾਰ ਦੇ ਮਹਿਲਾਂ ਦੇ ਦਰਵਾਜ਼ਿਆਂ ਦੇ ਵਿੱਚ ਮੁੱਖ ਗੇਟਾਂ ਦੇ ਉੱਪਰ ਇਹ ਵਜਾਏ ਜਾਂਦੇ ਸੀ। ਸੋ ਇਹ ਨੌਬਤਾਂ ਵਜਾਉਣ ਵਾਲੇ ਅਨੇਕਾਂ ਜਿਹੜੇ ਵਾद्य ਯੰਤਰਾਂ ਦਾ ਗਿਆਨ ਰੱਖਣ ਵਾਲੇ ਲੋਕ ਹਨ, ਸਾਜੀ ਬਾਜੀ, ਇਹ ਵੀ ਗਰੀਬ ਨਵਾਜ ਦੇ ਦੁਆਰੇ ਪਹੁੰਚ ਕੇ ਆਪੋ ਆਪਣੀ ਕਲਾ ਦਿਖਾਉਂਦੇ ਹਨ ਜੀ। ਸਭ ਕਰਹਿ ਕੋਲਾਹਲ ਭਾਰੀ। ਇਸ ਤਰੀਕੇ ਦੇ ਨਾਲ ਬਹੁਤ ਭਾਰੀ ਸ਼ੋਰਗੁਲ, ਬੜਾ ਜੋ ਸੁਹਾਵਣਾ ਹੈ, ਸ਼ੋਭਨੀਕ ਹੈ। ਇਹ ਸਤਿਗੁਰਾਂ ਦੇ ਦਰਵਾਜ਼ੇ 'ਤੇ ਸਾਜ਼ਬਾਜ਼ ਇਤਿਆਦਿਕ ਦਾ ਹੋ ਰਿਹਾ ਹੈ। ਇਹ ਨਿਰੋਲ ਕਲਾ ਹੈ। ਪਹਿਲਾਂ ਨਿਰੋਲ ਕਲਾ ਨੂੰ ਪੇਸ਼ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ, ਅਤੇ ਨਿਰੋਲ ਕਲਾ ਨੂੰ ਸਮਝਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ। ਅੱਜ ਵਾਂਗੂ ਪਹਿਲਾਂ ਭੜਥੂ ਨਹੀਂ ਸੀ ਪਾਏ ਜਾਂਦੇ। ਜਿਸ ਲੀਹ 'ਤੇ ਸਮਾਜ ਸਾਡਾ ਤੁਰਿਆ ਹੋਇਆ, ਜੇ ਇਸੇ ਲੀਹ 'ਤੇ ਤੁਰਿਆ ਗਿਆ ਨਾ, ਅਤੇ ਆਹ ਗੰਦਮੰਦ 'ਤੇ ਬੰਦ ਹੋਣਾ ਹੀ ਆ। ਸਾਜ਼ਬਾਜ਼ ਜਿਹੜੇ ਵੱਜਦੇ ਆ, ਇਹ ਜਿਹੜੇ ਚੰਗੇ ਸਪੀਕਰ ਚੱਲਦੇ, ਇਹਨਾਂ ਨੇ ਇਹ ਵੀ ਬੰਦ ਕਰਵਾ ਦੇਣੇ ਆ, ਕਿਉਂਕਿ ਮਜਬੂਰੀ ਬਣ ਜਾਣੀ ਆ ਦੁਨੀਆ ਦੀ। ਜਿਸ ਤਰੀਕੇ ਦੇ ਨਾਲ ਪ੍ਰਦੂਸ਼ਣ, ਪੋਲਿਊਸ਼ਨ ਇਤਿਆਦਿਕ ਵੱਧ ਰਿਹਾ ਹੈ, ਜੇ ਮਨੁੱਖ ਦੀ ਜ਼ਿੰਦਗੀ ਦੀ ਕੀਮਤ ਸਰਕਾਰਾਂ ਨੇ ਪਛਾਣੀ ਤੇ ਸਭ ਕੁਝ ਬੰਦ ਕਰਨਾ ਹੀ ਪੈਣਾ ਨਾ। ਸੋ ਉਸ ਸਮੇਂ ਜਿਹੜੇ ਇਹ ਯੰਤਰ ਸਨ, ਜਿਹੜੇ ਵਾद्य ਯੰਤਰ ਸਨ, ਇਹ ਇੱਕ ਕਲਾ ਦੇ ਵਜੋਂ ਪੇਸ਼ ਕੀਤੇ ਜਾਂਦੇ ਸੀ, ਨਾ ਕਿ ਅਸ਼ਲੀਲਤਾ ਦੇ ਵਜੋਂ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਸੀ। ਇਹਨਾਂ ਦੇ ਸਮਾਜ ਦੇ ਉੱਪਰ ਇਹਨਾਂ ਦਾ ਕੋਈ ਬੁਰਾ ਅਸਰ ਨਹੀਂ ਸੀ ਪੈਂਦਾ। ਸੋ ਇੱਕ ਸਿਸਟਮ ਸੀ ਬੜਾ ਸੁੰਦਰ, ਬੜਾ ਸੋਹਣਾ। ਉਹ ਸੋਹਣਾ ਦੌਰ ਸੀ, ਗੁਜ਼ਰ ਗਿਆ। ਸੋ ਇਸ ਤਰੀਕੇ ਦੇ ਨਾਲ ਕੋਲਾਹਲ ਸੁੰਦਰ ਜਿਹੜਾ ਸ਼ੋਰ ਹੈ, ਮਨ ਨੂੰ ਮੋਹ ਲੈਣ ਵਾਲਾ, ਰਮਣੀਕ, ਇਹ ਸਤਿਗੁਰਾਂ ਦੇ ਦਰਬਾਰ ਦੇ ਅੱਗੇ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਹੁੰਦਾ ਹੈ ਜੀ। ਕਿਤ ਹੋਵਤ ਵਿਵਿਧ ਤਮਾਸ਼ੇ। ਕਿਤੇ ਵਿਵਿਧ ਅਨੇਕਾਂ ਪ੍ਰਕਾਰਾਂ ਦੇ ਜਿਹੜੇ ਨਾਟਕ ਹੈ ਨਾ, ਸਿੱਖਿਆਦਾਇਕ, ਉਹ ਖੇਡੇ ਜਾ ਰਹੇ ਹਨ। ਸੁਰ ਲੋਕ ਮਨਿੰਦ ਬਿਲਾਸੇ। ਕਹਿੰਦੇ ਜਿਵੇਂ ਦੇਵਤਿਆਂ ਦੇ ਲੋਕ ਸਵਰਗ ਦੇ ਵਿੱਚ ਬਿਲਾਸ ਹੁੰਦੇ ਆ ਨਾ, ਇਸ ਤਰੀਕੇ ਦੇ ਬਿਲਾਸ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਹੁੰਦੇ ਆ। ਧਾਰਮਿਕ ਬਿਲਾਸ, ਅਧਿਆਤਮਿਕ ਬਿਲਾਸ, ਆਤਮਿਕ ਰਸ ਦੇਣ ਵਾਲੇ, ਸੁਰਤ ਨੂੰ ਬ੍ਰਹਮਾਕਾਰ ਕਰਨ ਵਾਲੇ, ਬਿਰਤੀ ਨੂੰ ਬ੍ਰਹਮਾਕਾਰ ਕਰਨ ਵਾਲੇ, ਇਹ ਜਿਹੜੇ ਬਿਲਾਸ ਹੈ ਉਸ ਸਮੇਂ ਪੇਸ਼ ਕੀਤੇ ਜਾ ਰਹੇ ਹਨ, ਜਿਹੜੇ ਗਿਆਨਵਰਧਕ ਹਨ। ਕਿਤ ਨਾਟਗਨ ਕਰਤ ਅਖਾਰੇ। ਕਿਤੇ ਨਾਟਗਨ, ਅਨੇਕਾਂ ਜਿਹੜੇ ਬਾਜੀਗਰ ਹੈ, ਇਹ ਆਪਣੀਆਂ ਬਾਜੀਆਂ ਪਾ ਪਾ ਕੇ ਅਖਾੜੇ ਬਣਾ ਕੇ ਦਿਖਾ ਰਹੇ ਹਨ। ਮਿਲ ਨਰ ਸਮੁਦਾਏ ਨਿਹਾਰੇ। ਮਿਲ ਮਿਲ ਕਰਕੇ ਮਨੁੱਖਾਂ ਦੇ ਇਕੱਤਰ ਹੋ ਕੇ ਭੀੜ ਵੇਖਦੀ ਹੈ ਇਹਨਾਂ ਦੇ ਤਾਈਂ। ਦਿਨ ਬਤੀਤ ਜਾਣਹਿ ਨਾਹੀ। ਕਦੋਂ ਦਿਨ ਬਤੀਤ ਹੋ ਜਾਂਦਾ, ਸਾਰੇ ਦਾ ਸਾਰਾ ਸਮਾਂ ਬੀਤ ਜਾਂਦਾ। ਦਿਨ ਦਾ 4 ਪਹਿਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ। ਬਹੁਤ ਸੁੰਦਰ ਮੰਗਲ ਮਾਹੀ। ਬਹੁਤ ਸੁੰਦਰ ਸੁੱਖ ਦੇ ਸਮੇਂ ਦੇ ਵਿੱਚ, ਖੁਸ਼ੀਆਂ ਦੇ ਸਮੇਂ ਦੇ ਵਿੱਚ ਇਹ ਸਮਾਂ ਬਤੀਤ ਹੋ ਰਿਹਾ ਹੈ। ਸ਼੍ਰੀ ਤੇਗ ਬਹਾਦਰ ਸੋਹੇ। ਇੱਧਰ ਸ਼੍ਰੋਮਣੀ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਸ਼ੋਭਾ ਪਾਉਂਦੇ ਆ। ਨਰ ਨਾਰ ਰੂਪ ਪਿਖ ਮੋਹੇ। ਮਨੁੱਖ, ਇਸਤਰੀਆਂ, ਜੋ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਨੂੰ ਨਿਗਾਹ ਭਰ ਕੇ ਕੋਈ ਵੇਖਦਾ ਹੈ, ਮੋਹਿਆ ਜਾਂਦਾ ਹੈ। ਐਸੀ ਸ਼ੋਭਾ ਹੈ,
ਐਸੀ ਸੁੰਦਰਤਾ ਹੈ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ। ਸਮ ਪਿਤ ਕੇ ਦੀਰਘ ਡੀਲੰ। ਦੱਸਦੇ ਆ ਕੈਸੀ ਸਿਹਤ ਹੈ, ਨੈਣ ਨਕਸ਼ ਕੈਸੇ। ਕਹਿੰਦੇ ਆਪਣੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮਾਨ ਜਿਹੜੀ ਡੇਲ ਡੋਲ ਹੈ ਉਹ ਸਰੀਰ ਦੀ ਬਿਲਕੁਲ ਜਿਹੜੀ ਉਚਾਈ ਹੈ, ਕੱਦ ਕਾਠੀ ਹੈ, ਬਿਲਕੁਲ ਗੁਰੂ ਹਰਗੋਬਿੰਦ ਸਾਹਿਬ ਦੀ ਨਿਆਈ ਹੈ। ਮੁਖ ਮੰਡਲ ਚੰਦ ਸੁਸ਼ੀਲੰ। ਔਰ ਜਿਹੜਾ ਮੁਖ ਦਾ ਮੁਹਾਂਦਰਾ ਹੈ ਉਹ ਚੰਦਰਮਾ ਦੀ ਨਿਆਈ ਸੁਸ਼ੀਲ ਸੁੰਦਰ ਹੈ, ਸੋਭਨੀਕ ਹੈ, ਸ਼ੋਭਾ ਦਾ ਘਰ ਹੈ। ਭੁਜ ਲਾਂਬੀ ਆਯੁਤ ਛਾਤੀ। ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਬਾਹਾਂ ਲੰਮੀਆਂ ਔਰ ਛਾਤੀ ਹੈ ਜਿਹੜੀ ਚੌੜੀ ਹੈ। ਵਿਸਤ੍ਰਿਤ ਆਂਖ ਕੁਛ ਰਾਤੀ। ਕੁਛ ਕਲਾਲੀ ਹੈ ਨੇਤਰਾਂ ਦੇ ਵਿੱਚ, ਔਰ ਨੇਤਰ ਹੈ ਜਿਹੜੇ ਥੋੜੇ ਜਿਹੇ ਮੋਟੇ ਮੋਟੇ ਆ, ਸੋਹਣੇ। ਜਿਨ੍ਹਾਂ ਦੇ ਨੇਤਰ ਸੋਹਣੇ ਹੁੰਦੇ ਉਹਨਾਂ ਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਮੋਟੇ। ਸੋ ਐਸੇ ਮੋਟਾਈ ਦੇ ਵਿੱਚ ਥੋੜੀ ਜਿਹੀ ਲਾਲੀ ਨੇਤਰਾਂ ਦੇ ਵਿੱਚ ਰਹਿੰਦੀ ਹੈ, ਐਸੀਆਂ ਸ਼ੋਭਨੀਕ ਅੱਖਾਂ ਹਨ। ਜੁਗ ਕੰਧ ਉਤੰਗ ਸੁਹਾਏ। ਦੋਵੇਂ ਜਿਹੜੇ ਮੋਢੇ ਹੈ ਉਹ ਉੱਚੇ ਸ਼ੋਭਾ ਪਾ ਰਹੇ ਹਨ। ਗਤ ਮੰਦ ਮੰਦ ਛਬ ਪਾਏ। ਸਤਿਗੁਰਾਂ ਦੀ ਚਾਲ ਬਿਲਕੁਲ ਹੌਲੀ ਹੌਲੀ ਚੱਲਦੇ ਹੈ, ਸ਼ੋਭਨੀਕ ਸੁੰਦਰ ਚਾਲ ਦੇ ਵਿੱਚ, ਗਤੀ ਦੇ ਵਿੱਚ, ਜਿਹੜੀ ਬਹੁਤ ਜ਼ਿਆਦਾ ਸੁੰਦਰ ਲੱਗਦੀ ਹੈ, ਸ਼ੋਭਾ ਪਾਉਂਦੀ ਹੈ। ਉਦ ਬਰਤਨ ਮਲਬੇ ਹੇਤਾ। ਔਰ ਇਧਰ ਉਸ ਸਮੇਂ ਦਾ ਜੋ ਰਿਵਾਜ ਸੀ, ਉਦ ਬਰਤਨ ਕਿਹਾ ਜਾਂਦਾ ਸੀ ਵਟਨੇ ਨੂੰ। ਇਹ ਪਹਿਲਾਂ ਮਨਮਤ ਨਹੀਂ ਸੀ ਹੁੰਦਾ, ਬਾਅਦ ਦੇ ਵਿੱਚ ਪਤਾ ਨਹੀਂ ਕੀ ਕੁਝ ਬਣਾ ਦਿੱਤਾ ਗਿਆ। ਪਹਿਲਾਂ ਇਹ ਹੁੰਦਾ ਸੀ ਜਦੋਂ ਆ ਸਾਬਣ ਸੂਬਣ ਇਤਿਆਦਿਕ ਬਹੁਤੇ ਪ੍ਰਚਲਿਤ ਨਹੀਂ ਸੀ। ਸਰੀਰ ਤੋਂ ਮੈਲਾਂ ਦੂਰ ਕਰਨ ਦੇ ਲਈ, ਮਲ ਦੂਰ ਕਰਨ ਦੇ ਲਈ ਰਾਖ ਵਰਤੀ ਜਾਂਦੇ ਸੀ, ਜਾਂ ਰਾਖ ਭਿਉਂ ਕੇ ਉਹਦਾ ਪਾਣੀ ਵਰਤਿਆ ਜਾਂਦਾ ਹੁੰਦਾ ਸੀ। ਸੋ ਜਦੋਂ ਵਿਆਹ ਸ਼ਾਦੀ ਹੋਣੀ ਤੇ ਕਈ ਦਿਨ ਪਹਿਲੀਆਂ ਦੇ ਵਿੱਚ ਮਹੀਨਾ ਪਹਿਲਾਂ ਜਿਹੜੇ ਵੱਡੇ ਬਜ਼ੁਰਗ ਉਮਰਾਂ ਦੇ ਉਹ ਜਾਣਦੇ ਆ, ਪੁੱਛ ਕੇ ਵੇਖਿਓ, ਮਹੀਨਾ ਪਹਿਲਾਂ ਹੀ ਵਿਆਹ ਦੀ ਤਰੀਕ ਤੋਂ ਵਿਆਹ ਵਾਲੇ ਜੀ ਨੂੰ, ਪ੍ਰਾਣੀ ਨੂੰ ਵਟਨੇ ਮਲ ਕੇ ਦੋਵੇਂ ਟਾਈਮ ਨਹਾਇਆ ਜਾਂਦਾ ਸੀ ਹਲਦੀ ਇਤਿਆਦਿਕ ਦੇ ਨਾਲ, ਤਾਂ ਕਿ ਇਹਦੇ ਸਰੀਰ ਦੀ ਜਿਹੜੀ ਮੈਲ ਹੈ, ਮਿੱਟੀ ਹੈ ਜਿਹੜੀ, ਉਹ ਚੰਗੇ ਤਰੀਕੇ ਨਾਲ ਲਹਿ ਜਾਵੇ ਤੇ ਸਰੀਰ ਸਿਹਤ ਸਾਫ ਸੁਥਰਾ ਸੋਹਣਾ ਨਿਖਰ ਆਵੇ। ਇਹ ਉਸ ਸਮੇਂ ਦੀ ਇੱਕ ਜ਼ਰੂਰਤ ਸੀ ਵਟਨੇ ਮਲਣੇ। ਇਹ ਬਾਅਦ ਦੇ ਵਿੱਚ ਰੀਤੀ ਬਣ ਗਈ। ਰੀਤੀ ਤੋਂ ਥੋੜ੍ਹਾ ਜਿਹਾ ਪਖੰਡਵਾਦ ਫੈਲ ਗਿਆ। ਫਿਰ ਪਤਾ ਨਹੀਂ ਕੀ ਕੁਛ, ਕੋਈ ਜੰਤਰ ਮੰਤਰ ਤੰਤਰ ਇਤਿਆਦਿਕ ਦੀਆਂ ਰੀਤੀਆਂ ਸ਼ਾਮਲ ਹੋ ਗਈਆਂ, ਇਸ ਕਰਕੇ ਇਹਨੂੰ ਗੁਰਮਤਿ ਦੇ ਵਿੱਚ ਖੰਡਨ ਕਰ ਦਿੱਤਾ। ਕਿਉਂਕਿ ਫਿਰ ਇਹ ਚੰਗਾ ਜਿਹਾ ਨਹੀਂ ਲੱਗਦਾ। ਧਾਰਮਿਕ ਪੁਰਸ਼ ਇਸ ਤਰੀਕਾਂ ਦੇ ਵਹਿਮਾਂ ਦੇ ਵਿੱਚ ਡੁੱਬੇ ਹੋਏ ਹੋਣ, ਉਹ ਸ਼ੋਭਾ ਨਹੀਂ ਪਾਉਂਦੇ ਹਨ। ਖਾਲਸਾਈ ਰੀਤੀ ਦੇ ਮੁਤਾਬਕ ਉਹ ਤਮਾਮ ਪਰੰਪਰਾਵਾਂ, ਉਹ ਤਮਾਮ ਰੀਤੀਆਂ, ਤਮਾਮ ਰਿਵਾਜ ਜਿਹੜੇ ਆ ਮਨ੍ਹਾ ਹੈ। ਜਿਨ੍ਹਾਂ ਰਿਵਾਜਾਂ ਦੇ ਵਿੱਚੋਂ ਭਰਮ ਦਿਸਦਾ ਹੋਵੇ, ਪਖੰਡ ਨਜ਼ਰ ਆਉਂਦਾ ਹੋਵੇ, ਜਿਹੜੇ ਰਿਵਾਜ, ਜਿਹੜੀਆਂ ਰੀਤੀਆਂ ਭੁਲੇਖੇ ਦੀ, ਭਰਮ ਦੀ ਤੇ ਵਹਿਮ ਦੀ ਵਿਰੋਧੀ ਕਰਦੇ ਆ, ਵਧਾਉਂਦੇ ਆ, ਉਹ ਖਾਲਸਾਈ ਮਰਿਆਦਾ ਦੇ ਅਨੁਸਾਰ ਬਿਲਕੁਲ ਮਨ੍ਹਾ ਹੈ, ਖੰਡਨ ਹੈ। ਕਿਉਂਕਿ ਖਾਲਸਾ ਆਪ ਸ਼ੁੱਧ ਸਰੂਪ ਹੈ, ਪ੍ਰੇਮ ਭਗਤੀ ਦੇ ਵਿੱਚ ਨਿਪੁੰਨ ਹੈ, ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ, ਅਕਾਲ ਪੁਰਖ ਪਰਮੇਸ਼ਰ ਦੀ ਅਰਾਧਨਾ ਕਰਦਾ ਹੈ। ਇਸ ਕਰਕੇ ਜੇ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਮੰਨਣ ਵਾਲੀ ਸ਼ੁੱਧ ਆਤਮਾ, ਇੱਕ ਨਿਰੋਲ ਸ਼ਖਸੀਅਤ ਕਿਸੇ ਵਹਿਮ ਦੇ ਵਿੱਚ ਕੋਈ ਰੀਤੀ ਨਿਭਾਵੇ, ਉਹਨੂੰ ਵੇਖ ਕੇ ਫਿਰ ਸਮਾਜ ਦਾ ਹੋਰ ਜ਼ਿਆਦਾ ਬੇੜਾ ਗਰਕ ਹੋ ਜਾਂਦਾ ਹੈ। ਇਸ ਕਰਕੇ ਖਾਲਸੇ ਨੂੰ ਇਹ ਮਨ੍ਹਾ ਹੈ, ਇਹ ਕਾਰਨ ਹੈ। ਪਰ ਉਸ ਸਮੇਂ ਦੀ ਇਹ ਵਟਣਾ ਇੱਕ ਜ਼ਰੂਰਤ ਸੀ, ਰੇਤ ਨਹੀਂ ਸੀ। ਉਹ ਸਮਝਦਾਰ ਲੋਕ ਸੀ, ਪਤਾ ਸੀ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਕਿਹੜੀ ਦੀ ਨਹੀਂ। ਸਮਾਂ ਪਾ ਕੇ ਤਬਦੀਲੀ ਆਉਂਦੀ ਗਈ। ਇਹ ਜ਼ਰੂਰਤ ਵਹਿਮ ਦਾ ਰੂਪ ਧਾਰਨ ਕਰ ਗਈ। ਫਿਰ ਇਹ ਜ਼ਰੂਰਤ ਜਦੋਂ ਝੂਠੇ ਧਰਮ ਦੇ ਠੇਕੇਦਾਰਾਂ ਦੇ ਹੱਥ ਪਈ, ਉਹਨਾਂ ਨੇ ਫਿਰ ਇਸ ਨੂੰ ਪਖੰਡ ਬਣਾ ਦਿੱਤਾ। ਧਾਗੇ ਤਵੀਤ ਘੋਲ ਕੇ ਨਵਾਈਆਂ ਧਵਾਈਆਂ ਕਰਨ ਲੱਗ ਪਏ ਵੀ ਕੋਈ ਵਿਘਨ ਸੰਕਟ ਨਹੀਂ ਆਊਗਾ, ਇਹ ਸੋਹਣਾ ਦਿਖੂਗਾ।
ਸੋ ਇਹਨਾਂ ਵਹਿਮਾਂ ਭਰਮਾਂ ਦੀ ਨਿਵਰਤੀ ਦੇ ਲਈ ਇਹ ਮਨਾ ਹੈ ਖਾਲਸਾਈ ਰੀਤੀ ਦੇ ਵਿੱਚ। ਉਸ ਸਮੇਂ ਦੀ ਜ਼ਰੂਰਤ ਸੀ, ਸੋ ਇਸ ਕਰਕੇ ਇਹ ਰੀਤ ਨਿਭਾਈ ਜਾ ਰਹੀ ਹੈ। ਮਿਲ ਨਾਰ ਸੁਹਾਗ ਸਮੇਤਾ, ਮਿਲ ਕਰਕੇ ਬਹੁਤ ਸਾਰੀਆਂ ਇਸਤਰੀਆਂ ਜਿਹੜੀਆਂ ਸਿਆਣੀਆਂ ਉਮਰ ਦੀਆਂ ਹਨ, ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਇਹ ਜਿਹੜੀ ਉਸ ਸਮੇਂ ਦੀ ਰੀਤ ਸੀ, ਇਸ ਰੀਤ ਨੂੰ ਨਿਭਾਉਣ ਦੇ ਵਾਸਤੇ ਆ ਗਈਆਂ। ਮੁਖ ਗਾਵਤ ਮਰਦਨ ਕੀਨਾ, ਬਹੁਤ ਸੋਹਣੇ ਸੁੰਦਰ ਅਸ਼ੀਸ਼ਾਂ ਦੇਣ ਵਾਲੇ ਗੀਤ ਗਾਉਂਦਿਆਂ, ਅਸ਼ਲੀਲ ਨਹੀਂ, ਅਸ਼ੀਸ਼ਾਂ ਦੇਣ ਵਾਲੇ, ਅਸ਼ੀਰਵਾਦ ਦੇਣ ਵਾਲੇ ਸ਼ਬਦ ਗਾਉਂਦਿਆਂ ਮੁਖ ਤੋਂ ਇਹ ਜਿਹੜੀ ਰੀਤ ਹੈ ਮਰਦਨ ਦੀ ਇਹ ਨਿਭਾਈ ਹੈ। ਸਭ ਤਨ ਕਾ ਗਹਿ ਭੁਜ ਪੀਨਾ, ਸਾਰੇ ਸਰੀਰ ਨੂੰ ਔਰ ਮਜ਼ਬੂਤ ਜੋ ਗਰੀਬ ਨਵਾਜ ਦੀਆਂ ਬਾਹਾਂ ਹਨ, ਇਹਨਾਂ ਨੂੰ ਵੀ ਪਕੜ ਕਰਕੇ ਇਹਦੇ ਤੇ ਮਰਦਨ ਦੀ ਰੀਤੀ ਨਿਭਾਈ ਹੈ। ਇਸ਼ਨਾਨ ਸੌਰਭ ਸੰਗਾ, ਸੁਗੰਧੀਆਂ ਦੇ ਨਾਲ ਭਰਪੂਰ ਜਲ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਇਸ਼ਨਾਨ ਕਰਵਾਇਆ ਗਿਆ। ਸ਼ੁਭ ਸ਼ੋਭਤ ਭੇ ਸ਼ੁਭ ਅੰਗਾ, ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਅੰਗ ਹੋਰ ਜ਼ਿਆਦਾ ਸ਼ੋਭਨ ਲੱਗ ਪਏ। ਬਹੁਤ ਸੂਖਮ ਚੀਰ ਜੋ ਚਾਰੂ, ਬਹੁਤ ਹੀ ਮਹੀਨ ਜੋ ਵਸਤਰ ਹਨ, ਬੜੇ ਸੁੰਦਰਤਾ ਦੇ ਨਾਲ ਬਣੇ ਹੋਏ। ਕਰ ਪੇਸ਼ਿਸ਼ ਪੀਤ ਉਦਾਰੂ, ਉਹ ਜਿਹੜੀ ਪੋਸ਼ਿਸ਼ ਪੋਸ਼ਾਕ ਹੈ ਪੀਲੇ ਰੰਗ ਦੀ ਕਰਕੇ ਉਹ ਕੱਪੜੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪਹਿਨ ਲਏ। ਤਨ ਪਹਿਰਤ ਦੁਤੀ ਵਧਾਈ, ਔਰ ਜਦੋਂ ਸਰੀਰ ਦੇ ਉੱਪਰ ਉਹ ਪੀਲੇ ਰੰਗ ਦੀ ਪੋਸ਼ਾਕ ਗਰੀਬ ਨਵਾਜ ਨੇ ਧਾਰਨ ਕੀਤੀ, ਇਸ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਸੁੰਦਰਤਾ ਨੂੰ, ਸ਼ੋਭਾ ਨੂੰ ਹੋਰ ਵਧਾ ਦਿੱਤਾ ਹੈ। ਜਨ ਸਿਮਟ ਛਟਾ ਇਕ ਥਾਈ, ਕਹਿੰਦੇ ਮੰਨ ਲਓ ਜਿਵੇਂ ਇੱਕੇ ਥਾਂ ਤੇ ਛਟਾ ਨਾਮ ਹੈ ਅਸਮਾਨੀ ਬਿਜਲੀ ਦਾ, ਅਸਮਾਨੀ ਬਿਜਲੀ ਨੂੰ ਇਕੱਤਰ ਕਰਕੇ ਪੀਲੇ ਰੰਗ ਦੇ ਵਿੱਚ ਲਪੇਟ ਦਈਏ ਤੇ ਕੈਸੀ ਸ਼ੋਭਾ ਬਣ ਜਾਂਦੀ ਹੈ। ਇਉਂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਸੁੰਦਰਤਾ ਉਸ ਸਮੇਂ ਪ੍ਰਫੁੱਲਤ ਹੋ ਰਹੀ ਹੈ। ਮੁਖ ਚੰਦ ਬੀਚ ਮੈਂ ਲੀਨਾ, ਔਰ ਗਰੀਬ ਨਵਾਜ ਗੁਰੂ ਸਾਹਿਬ ਜੀ ਦਾ ਮੁਖਾਰ ਬਿੰਦ ਇਉਂ ਇਸ ਪੀਲੇ ਰੰਗ ਦੀ ਪੋਸ਼ਾਕ ਦੇ ਵਿੱਚੋਂ ਸ਼ੋਭਾ ਪਾ ਰਿਹਾ ਹੈ। ਜੁਗ ਨਯਨ ਕਮਲ ਰਸ ਲੀਨਾ, ਔਰ ਜਿਹੜੇ ਦੋਨੋਂ ਨੇਤਰ ਹੈ ਉਹ ਇਉਂ ਨਜ਼ਰ ਆ ਰਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸੁੰਦਰਤਾ ਦੇ ਸਮੇਤ, ਜਿਵੇਂ ਕਮਲ ਰਸ ਦੇ ਡੋਨੇ ਹੋਣ ਜੀ। ਕਰ ਕੰਗਣਾ ਬੰਧਨ ਕੀਨਾ, ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸ਼ੁਭ ਜਿਹੜੀ ਭੁਜਾ ਹੈ, ਇਸ ਭੁਜਾ ਦੇ ਵਿੱਚ ਜੋ ਸੁੰਦਰ ਗਹਿਣੇ ਆ ਉਸ ਸਮੇਂ ਪਹਿਰਾਏ ਹਨ। ਬਹੁਤਾਜ ਦਿਜਨ ਕੋ ਦੀਨਾ, ਬਹੁਤ ਸਾਰਾ ਦਾਨ ਉਸ ਸਮੇਂ ਲੋੜਵੰਦਾਂ ਨੂੰ ਦਿੱਤਾ ਗਿਆ ਹੈ। ਮਿਲ ਗਾਵਤ ਕੋਕਿਲ ਬੈਨੀ, ਮਿਲ ਕਰਕੇ ਜਿਹੜੀਆਂ ਕੋਕਲ ਸੁੰਦਰ ਕੋਇਲ ਦੀ ਮਿੱਠੀ ਆਵਾਜ਼ ਦੇ ਵਿੱਚ ਗੁਰਬਾਣੀ ਦੇ ਸ਼ਬਦ ਗਾਉਣ ਵਾਲੀਆਂ ਸਿਆਣੀਆਂ ਦਾਨੀਆਂ ਇਸਤਰੀਆਂ ਹਨ, ਉਹ ਮਿਲ ਕਰਕੇ ਗੁਰਬਾਣੀ ਦੇ ਸੋਹਣੇ ਸ਼ਬਦਾਂ ਨੂੰ ਗਾਇਨ ਕਰਦੀਆਂ ਹਨ। ਬੜ ਤੀਛਨ ਪੰਕਜ ਨੈਣੀ, ਜਿਨ੍ਹਾਂ ਦੇ ਨੇਤਰ, ਜਿਨ੍ਹਾਂ ਦੀ ਸਿਹਤ ਬੜੀ ਸੁੰਦਰ ਹੈ ਔਰ ਸ਼ੋਭਦੀ ਹੈ। ਕੱਟ ਕੇ ਹਰ ਬਰਗਜ ਗਾਉਨੀ, ਔਰ ਸੁੰਦਰ ਚਾਲ ਦੇ ਵਿੱਚ ਹੌਲੀ ਹੌਲੀ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਨਾਲ ਚੱਲਦੀਆਂ ਹੋਈਆਂ ਬੜੇ ਮਰਿਆਦਤ ਤਰੀਕੇ ਦੇ ਨਾਲ ਇਹਨਾਂ ਸ਼ਬਦਾਂ ਦੇ ਗਾਇਨ ਕਰਦੀਆਂ ਹਨ ਜੀ। ਧਰ ਬਸਨ ਵਿਭੂਖਨ ਲਾਉਨੀ, ਜਿਨ੍ਹਾਂ ਨੇ ਸੁੰਦਰ ਸੁੰਦਰ ਬਸਨ ਵਸਤਰ ਜਿਹੜੇ ਹੈ ਉਹ ਸਰੀਰ ਤੇ ਧਾਰਨ ਕੀਤੇ ਹੋਏ ਹੈ, ਜਿਨ੍ਹਾਂ ਵਸਤਰਾਂ ਦੇ ਨਾਲ ਸਾਰਾ ਸਰੀਰ ਢੱਕਿਆ ਹੋਇਆ ਹੈ। ਸਭ ਤੇਗ ਬਹਾਦਰ ਸੰਗਾ, ਕਿਉਂ ਇਹ ਸਭ ਮੁੱਖ ਇਸਤਰੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹਨ। ਉਸ ਸਮੇਂ ਚਲ ਗਾਵਤ ਆਨੰਦ ਉਮੰਗਾ, ਚੱਲਦਿਆਂ ਹੋਇਆਂ ਰਸਤੇ ਦੇ ਉੱਪਰ ਨਾਲ ਨਾਲ ਆਨੰਦ ਦੇ ਨਾਲ, ਸੁੱਖ ਦੇ ਨਾਲ, ਚਾਅ ਦੇ ਨਾਲ ਇਹ ਸ਼ੁਭ ਸ਼ਬਦ ਗਾਇਨ ਕਰਦੇ ਹਨ ਸਭ। ਗਨ ਮਿਲੀ ਬਰਾਤ ਸੁਹਾਈ, ਬਹੁਤ ਸਾਰੀ ਬਰਾਤ ਮਿਲ ਕਰਕੇ ਆਪਸਰੀ ਦੇ ਵਿੱਚ ਬਰਾਤੀ ਤਿਆਰ ਹੋਏ ਸ਼ੋਭਦੇ ਹਨ। ਦੁੱਤ ਬਸਨ ਵਿਭੂਖਨ ਛਾਈ, ਬੜੇ ਸੋਹਣੇ ਸੋਹਣੇ ਸੁੰਦਰ ਸ਼ੋਭਾ ਵਾਲੇ ਸਾਰਿਆਂ ਨੇ ਵਸਤਰ ਔਰ ਜਥਾ ਸ਼ਕਤ ਸਰੀਰ ਦੇ ਉੱਪਰ ਜਿਹੜੇ ਗਹਿਣੇ ਆ ਉਹ ਵੀ ਧਾਰਨ ਕੀਤੇ ਹੋਏ ਹਨ ਜੀ। ਨਿਜ ਪੁਰ ਮਹਿ ਕਰਨ ਟੁਕਾਊ, ਨਿਜ ਆਪਣੇ ਨਗਰ ਦੇ ਵਿੱਚ ਟਿਕਾ ਕਰਨ ਦੇ ਲਈ ਨਹਿ ਬਾਹਿਨ ਲੀਨ ਸਕਾਊ, ਇਸ ਕਰਕੇ ਕੋਈ ਵਾਹਣ ਨਹੀਂ ਲਿਆ ਗਿਆ, ਕਿਉਂਕਿ ਬਾਬਾ ਲਾਲ ਚੰਦ ਜੀ, ਬਾਬਾ ਹਰੀ ਚੰਦ ਜੀ ਪਰਿਵਾਰ ਦੇ ਸਮੇਤ
ਔਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੋਣ ਵਾਲੇ ਮਹਿਲ ਮਾਤਾ ਗੁਜਰ ਕੌਰ ਜੀ ਆਪਣੀ ਧੀ ਦੇ ਸਮੇਤ ਇਹ ਪਹਿਲਾਂ ਹੀ ਇੱਥੇ ਪਰਿਵਾਰ ਸਮੇਤ ਸਾਰੀਆਂ ਜ਼ਰੂਰਤ ਦੀਆਂ ਵਸਤੂਆਂ ਧਾਨੇ ਤੇ ਆਦਿਕ ਲੈ ਕਰਕੇ ਕਰਤਾਰਪੁਰ ਸਾਹਿਬ ਹੀ ਆ ਗਏ ਸਨ। ਸੋ ਇਹ ਜਿਹੜਾ ਆਨੰਦ ਕਾਰਜ ਹੈ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਇੱਥੇ ਕਰਤਾਰਪੁਰ ਸਾਹਿਬ ਹੀ ਹੋ ਰਿਹਾ ਹੈ। ਸੋ ਵੇਖੋ ਗੁਰੂ ਘਰ ਦੀ ਰੀਤ ਸੀ ਕਿ ਗਰੀਬ ਨਵਾਜ ਜਿੱਥੇ ਵਿਰਾਜਦੇ ਸੀ ਸ਼ੁਭ ਆਨੰਦ ਕਾਰਜ ਦੀ ਕਿਰਿਆ ਉੱਥੇ ਹੀ ਨਿਭਾਈ ਜਾਂਦੀ ਸੀ। ਸੋ ਅੱਜ ਕੱਲ੍ਹ ਭਾਈਆ ਪੈਲਸਾਂ ਵਾਲਾ ਤੇ ਹੋਰ ਆ ਸਿਨੇਮੇ ਤੇ ਆਦਿਕ ਜਿਹੜੇ ਹਾਲ ਬਣੇ ਹੋਏ ਆ ਉੱਥੇ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਕਰ ਦਿੰਦੇ ਹਨ। ਇਹ ਗੁਰੂ ਸਾਹਿਬ ਜੀ ਦਾ ਸਤਿਕਾਰ ਸਨਮਾਨ ਨਹੀਂ ਹੈ। ਅੱਗੋਂ ਪਿੱਛੋਂ ਪਤਾ ਨਹੀਂ ਕੈਸੇ ਕੈਸੇ ਲੋਕ ਉੱਥੇ ਬਹਿੰਦੇ ਖਲੋਂਦੇ ਐ, ਕੈਸਾ ਕੈਸਾ ਵਾਤਾਵਰਨ ਹੁੰਦਾ ਹੈ, ਕੀ ਕੁਝ ਖਾਣ ਪੀਣ ਨੂੰ ਉੱਥੇ ਬਣਦਾ ਡੁੱਲਦਾ ਰਹਿੰਦਾ ਹੈ। ਉੱਥੇ ਕੋਈ ਸੁੱਚ ਸੁਤਮਤਾ ਨਹੀਂ ਹੈ, ਸੁੱਚ ਪਵਿੱਤਰਤਾ ਨਹੀਂ ਹੈ, ਉਹ ਮਾਹੌਲ ਯੋਗ ਨਹੀਂ ਹੈ। ਸੋ ਇਸ ਕਰਕੇ ਖਿਆਲ ਰੱਖਣਾ ਚਾਹੀਦਾ। ਜੇ ਨਹੀਂ ਹੈ ਘਰ ਦੇ ਵਿੱਚ ਥਾਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆਨੰਦ ਕਾਰਜ ਗੁਰਮਤਿ ਮਰਿਆਦਾ ਦੇ ਅਨੁਸਾਰ ਕਰਾ ਲੈਣੇ ਚਾਹੀਦੇ ਹਨ। ਸੋ ਉੱਥੇ ਕਿੰਨੇ ਕਿੰਨੇ ਭਾਰੀ ਖਰਚੇ ਉਹਨਾਂ ਪੈਲਸਾਂ ਨੂੰ ਸਜਾਉਣ ਦੇ, ਸਜਾਵਟ ਕਰਨ ਦੇ, ਅਜਾਈਂ ਫਜ਼ੂਲ ਖਰਚੀਆਂ ਦੇ ਵਿੱਚ ਹੀ ਬਹਿ ਜਾਂਦੇ। ਸੋ ਪਹਿਲਾਂ ਜਿਹੜੇ ਲੋਕ ਹੁੰਦੇ ਸੀ ਖਾਣਾ ਪੀਣਾ ਚੰਗਾ ਖਾਂਦੇ ਸੀ। ਜੇ ਪਾਉਣਾ ਹੰਡਾਉਣਾ ਰਹਿਣਾ ਬਹਿਣਾ ਮਾੜਾ ਵੀ ਰਹਿ ਜਾਂਦਾ ਤੇ ਕੋਈ ਗੱਲ ਨਹੀਂ, ਪਰ ਖਾਣਾ ਪੀਣਾ ਚੰਗਾ ਹੁੰਦਾ ਸੀ। ਆਪਣੇ ਹੱਥੀਂ ਘਰ ਆਪ ਬਣਾ ਕੇ ਸੁੱਚ ਪਵਿੱਤਰਤਾ ਵਾਲੀ ਸ਼ੁੱਧ ਚੀਜ਼ ਛਕਣੀ ਬਿਨਾਂ ਮਿਲਾਵਟ ਤੋਂ, ਖਾਣ ਪੀਣ 'ਤੇ ਧਿਆਨ ਦੇਣਾ। ਸਿਹਤਾਂ ਚੰਗੀਆਂ ਸੀ ਤੇ ਉਮਰਾਂ ਲੰਮੀਆਂ ਸੀ। ਹੁਣ ਕੀ ਹੈ, ਪਾਉਣ ਹੰਡਾਉਣ 'ਤੇ ਦੁਨੀਆ ਨੇ ਪੂਰਾ ਜ਼ੋਰ ਦਿੱਤਾ ਹੋਇਆ, ਰਹਿਣ ਸਹਿਣ 'ਤੇ ਬਹਿਣ ਖਲੋਣ 'ਤੇ ਸੌਣ 'ਤੇ ਪੂਰਾ ਜ਼ੋਰ ਲਾਇਆ ਹੋਇਆ ਵੀ ਮਹਿੰਗੇ ਆਸਣ ਹੋਣ, ਮਹਿੰਗੀਆਂ ਕੋਠੀਆਂ ਹੋਣ, ਕਮਰੇ ਚੰਗੇ ਲਿਸ਼ਕਦੇ ਹੋਣ, ਵਸਤਰ ਚੰਗੇ ਮਹਿੰਗੇ ਹੋਣ, ਇਹਦੇ 'ਤੇ ਪੂਰਾ ਜ਼ੋਰ ਹੈ। ਪਰ ਖਾਣ ਪੀਣ 'ਤੇ ਕੋਈ ਧਿਆਨ ਨਹੀਂ ਹੈ ਵੀ ਕਿਹਦੇ ਵਿੱਚ ਕਿਹੜੀ ਪਤਾ ਨਹੀਂ ਕਹੇ ਜੇ ਕੈਮੀਕਲ ਬਣਾ ਕੇ ਲੋਕ ਛਕਾਈ ਜਾਂਦੇ ਆ, ਨਿਰਾ ਜ਼ਹਿਰ। ਸੋ ਬਚਣਾ ਚਾਹੀਦਾ ਸਾਧ ਸੰਗਤ ਜੀ, ਉਹ ਸਾਦਗੀ ਅਪਣਾਉਣੀ ਚਾਹੀਦੀ ਹੈ ਜਿਹੜੀ ਸਾਡੇ ਸਰੀਰਾਂ ਦੇ ਲਈ, ਸਾਡੇ ਸਿਹਤ ਦੇ ਲਈ ਵੀ ਜਾਇਜ਼ ਹੈ ਤੇ ਸਾਨੂੰ ਫਜ਼ੂਲ ਖਰਚਿਆਂ ਤੋਂ ਬਚਾ ਕੇ ਕਰਜ਼ਾਈ ਹੋਣ ਤੋਂ ਵੀ ਸਾਡੀ ਸਹਾਇਕ ਹੈ, ਕਰਜ਼ੇ ਤੋਂ ਵੀ ਬਚ ਜਾਂਦੇ ਆ। ਸੋ ਸਮਝਦਾਰੀ ਦੇ ਨਾਲ, ਧਿਆਨ ਦੇ ਨਾਲ ਇਹ ਦੇਖੋ ਕਿ ਐਸੇ ਸੁੰਦਰ ਤਰੀਕੇ ਦੇ ਨਾਲ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਹੀ ਹੋ ਰਿਹਾ ਹੈ। ਇੱਕ ਤਾਂ ਉੱਥੇ ਗੁਰੂ ਸਾਹਿਬ ਦੀ ਹੈ ਬੇਅਦਬੀ, ਔਰ ਦੂਸਰੀ ਗੁਰਮਤਿ ਮਰਿਆਦਾ ਨਹੀਂ, ਗੁਰੂ ਸਾਹਿਬ ਦਾ ਸਤਿਕਾਰ ਨਹੀਂ। ਅਸੀਂ ਅਸ਼ੀਰਵਾਦ ਲੈਣਾ ਗੁਰੂ ਸਾਹਿਬ ਤੋਂ, ਜੇ ਸਤਿਕਾਰ ਨਹੀਂ ਕਰਾਂਗੇ ਤੇ ਗਰੀਬ ਨਵਾਜ ਗੁਰੂ ਸਾਹਿਬ ਤੋਂ ਕਿਸ ਤਰੀਕੇ ਦੇ ਨਾਲ ਅਸ਼ੀਰਵਾਦ ਦੇ ਹੱਕਦਾਰ ਹੋ ਸਕਦੇ ਹਾਂ। ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਵਿਆਹ ਸ਼ਾਦੀ ਦੇ ਮੌਕੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਿਕਾਰ ਦੇ ਵਿੱਚ ਕੋਈ ਫਰਕ ਨਾ ਪਵੇ। ਅਸ਼ੀਰਵਾਦ ਲੈਣਾ ਭਾਈ ਸੁਭਾਗੀ ਜੋੜੀ ਦੇ ਜ਼ਿੰਦਗੀ ਭਰ ਦੀ ਇਹ ਗੱਲ ਹੈ, ਸਮਝਣ ਵਾਲੀ ਗੱਲ ਹੈ। ਇਹ ਤਮਾਮ ਜ਼ਿੰਦਗੀ ਉਹਨਾਂ ਨੇ ਗਰੀਬ ਨਵਾਜ ਤੋਂ ਅਸ਼ੀਰਵਾਦ ਲੈ ਕੇ ਇਕੱਠਿਆਂ ਨਿਭਾਉਣੀ ਆ। ਜੇ ਅਦਬ ਸਤਿਕਾਰ ਹੀ ਨਹੀਂ ਕਰਾਂਗੇ ਤੇ ਅਸ਼ੀਰਵਾਦ ਕਿੱਥੋਂ ਭਾਲਦੇ ਆ। ਮੈਂ ਕਰੀ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕਪੂਰਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪੁੱਜਿਆ ਸੀ। ਰਾਜਾ ਸੀ, ਰਾਜਿਆਂ ਵਾਲੀ ਠਾਠ ਬਾਠ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਮਹਾਰਾਜ ਜੀ ਦਾ ਸਤਿਕਾਰ ਭੁੱਲ ਗਿਆ। ਆਪਣੇ ਵਸਤਰ ਨਾ ਸੰਭਾਲੇ, ਧਰਤੀ ਤੇ ਘੜੀਸਦੇ ਆਉਂਦੇ ਸੀ, ਲੰਮੀ ਪੋਸ਼ਾਕ ਪਾਈ ਸੀ ਨਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸੋਹਣੀ ਪੋਸ਼ਾਕ ਦੇ ਅਭਿਮਾਨ ਦੇ ਵਿੱਚ ਨਮਸਕਾਰ ਵੀ ਨਾ ਕੀਤੀ, ਢੰਗ ਦੇ ਨਾਲ ਮੱਥਾ ਵੀ ਨਾ ਟੇਕਿਆ। ਜਿਹੜਾ ਚੌਰੀਆ ਸਿੱਖ ਸੀ ਉਸ ਦੇ ਪਾਸੋਂ ਬੇਅਦਬੀ ਸਹਾਰੀ ਨਾ ਗਈ। ਉਸਨੇ ਆਵਾਜ਼ ਮਾਰ ਕੇ ਆਖਿਆ, ਇਸ ਨੂੰ ਤੂੰ ਕਿਲੇ ਦਾ ਮਾਲਕ ਹੋਏਗਾ, ਰਾਜਾ ਹੋਏਗਾ, ਪਰ ਜਿਹਨੂੰ ਮਿਲਣ ਦੇ ਵਾਸਤੇ ਆਇਆ ਸ੍ਰਿਸ਼ਟੀ ਦਾ ਰਾਜਾ ਹੈ। ਇਹ ਗੱਲ ਦੂਜੀ ਆ ਵੀ ਇਹਨਾਂ ਨੇ ਮਨੁੱਖਾ ਦੇ ਹੀ ਧਾਰੀ ਆਪਣੇ ਤਮਾਮ ਕੌਤਕ ਸੰਕੋਚ ਲਏ
ਆਪਣੀਆਂ तमाम ਸ਼ਕਤੀਆਂ ਮਰਿਆਦਤ ਕੀਤੀਆਂ। ਮਰਿਆਦਾ ਪੁਰਸ਼ੋਤਮ ਹੈ, ਮਰਿਆਦਾ ਵਿੱਚ ਰਹਿ ਕੇ ਵਰਤਦੇ ਆ। ਪਰ ਤੈਨੂੰ ਨਹੀਂ ਭੁੱਲਣਾ ਚਾਹੀਦਾ ਵੀ ਇਹ ਸ੍ਰਿਸ਼ਟੀ ਦੇ ਮਾਲਕ ਕਰਨਹਾਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਅਦਬ ਕਰ, ਸਤਿਕਾਰ ਕਰ, ਝੁਕ ਕੇ ਮੱਥਾ ਟੇਕ ਤੇ ਆਪਣੇ ਵਸਤਰਾਂ ਨੂੰ ਸੰਭਾਲ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ ਘੱਟਾ ਨਾ ਪਵੇ, ਧੂੜ ਨਾ ਪਵੇ, ਇਸ ਗੱਲ ਦੀ ਵਿਚਾਰ ਰੱਖ। ਬੇਅਦਬੀ ਹੁੰਦੀ ਹੈ, ਪਰ ਰਾਜਾ ਸੀ, ਰਾਜਾ ਹੋਣ ਦਾ ਅਭਿਮਾਨ ਸੀ। ਹੁਣ ਕਿਸੇ ਮਾਇਆਵੀ ਨੂੰ, ਧਨਾੜ ਨੂੰ ਕਹੀਏ ਤੇ ਗੁੱਸਾ ਮੰਨ ਜਾਂਦਾ, ਕਿਉਂਕਿ ਧਨ ਹੋਣ ਦਾ ਅਭਿਮਾਨ ਹੁੰਦਾ ਹੈ ਨਾ, ਮੈਂ ਅਮੀਰ ਹਾਂ। ਸੋ ਸਹਾਰਿਆ ਨਾ ਗਿਆ ਔਰ ਅਭਿਮਾਨ ਦੇ ਵਿੱਚ ਗੱਲ ਅਣਗੌਲੀ ਕਰ ਬੈਠਾ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਰਾਬਰ ਬੈਠਾ, ਥੱਲੇ ਨਾ ਬੈਠਾ। ਆਪਣੇ ਆਪ ਨੂੰ ਰਾਜਾ ਸਮਝਦੇ ਆ। ਸੋ ਫਿਰ ਸਮਾਂ ਪਾ ਕੇ ਇਸ ਦੇ ਨਾਲ ਗਰੀਬ ਨਵਾਜ ਦੀ ਵਿਚਾਰ ਹੋਈ ਸੀ, ਇਸ ਤੋਂ ਕਿਲ੍ਹਾ ਮੰਗਿਆ, ਪਰ ਇਹਨੇ ਦਿੱਤਾ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਚਨ ਕਰ ਦਿੱਤੇ ਸੀ ਕਿ ਜਿਨ੍ਹਾਂ ਮੁਗਲਾਂ ਦੇ ਇਸ਼ਾਰਿਆਂ 'ਤੇ ਤੂੰ ਇਹ ਧਨ ਦੌਲਤ ਪ੍ਰਾਪਤ ਕਰਕੇ ਉਹਨਾਂ ਤੋਂ ਡਰਦਾ, ਸਾਡਾ ਬਚਨ ਨਹੀਂ ਮੰਨਦਾ, ਸਾਡਾ ਸਤਿਕਾਰ ਨਹੀਂ ਕਰਦਾ ਨਾ, ਉਹ ਤੁਰਕ ਤੈਨੂੰ ਸੂਲੀ ਚੜ੍ਹਾ ਕੇ ਭੁੱਖੇ ਧਿਆਏ ਨੂੰ ਮਾਰਨਗੇ। ਪਿਆਸਾ ਮਰਿਆ ਸੀ, ਫਿਰ ਭੁੱਖ ਤੇ ਪਿਆਸ ਦੇ ਨਾਲ ਬੇਹਾਲ ਹੋਇਆ ਸੂਲੀ ਚੜ੍ਹ ਗਿਆ ਸੀ। ਸੋ ਸਾਧ ਸੰਗਤ ਜੀ, ਇਸ ਕਰਕੇ ਖਿਆਲ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੀ ਸੇਵਾ ਸਾਵਧਾਨ ਹੋ ਕੇ ਸਤਿਕਾਰ ਦੇ ਨਾਲ ਕਰਨੀ ਚਾਹੀਦੀ ਹੈ। ਜਦੋਂ ਕਿਸੇ ਤੋਂ ਕੁਝ ਲੈਣ ਆਈਏ, ਬੜੀ ਨਿਮਰਤਾ ਦੇ ਨਾਲ ਝੁਕ ਕਰਕੇ, ਔਰ ਜਿਹਦੇ ਤੋਂ ਅਸ਼ੀਰਵਾਦ ਲੈਣਾ ਹੋਵੇ ਉਸ ਦੇ ਅਦਬ ਸਤਿਕਾਰ ਦਾ ਖਿਆਲ ਰੱਖਦਿਆਂ ਭੈ ਦੇ ਨਾਲ ਉਸ ਦੀ ਹਜ਼ੂਰੀ ਦੇ ਵਿੱਚ ਵਿਚਰੀਦਾ ਹੈ। ਨਿਰਭਉ ਹੋ ਕੇ ਨਹੀਂ। ਆਪਣੇ तमाम ਪਦਾਰਥਾਂ ਦਾ ਅਹੰਕਾਰ ਛੱਡ ਕੇ, ਜਿਵੇਂ ਮੰਗਤਾ ਇੱਕ ਮੰਗਣ ਦੇ ਵਿੱਚ ਆਉਂਦਾ ਹੈ ਨਾ, ਆਪਣੇ ਆਪ ਨੂੰ ਮਾਰ ਕੇ ਘਰ ਦੇ ਵਿੱਚ ਕਿਸੇ ਦੇ ਦਰਵਾਜ਼ੇ 'ਤੇ ਖਲੋ ਕੇ ਉਹ ਆਵਾਜ਼ ਦਿੰਦਾ ਹੈ, ਬੜੇ ਭਰਮੇ ਲਹਿਜੇ ਦੇ ਵਿੱਚ, ਬੜੇ ਨਰਮ ਆਵਾਜ਼ ਦੇ ਵਿੱਚ, ਬੜੇ ਸਲੀਕੇ ਦੀ ਆਵਾਜ਼ ਦੇ ਵਿੱਚ ਵੀ ਮੈਨੂੰ ਕੁਝ ਦਿਓ, ਮੈਂ ਲੋੜਵੰਦ ਹਾਂ। ਇਉਂ ਹੀ ਗਰੀਬ ਨਵਾਜ ਦੇ ਸਾਹਮਣੇ ਝੁਕ ਕੇ ਆਪਣੇ ਆਪ ਨੂੰ ਹਉਮੈ ਤੋਂ, ਆਪਣੇ ਪਦਾਰਥਾਂ ਦੀ ਵਡਿਆਈ ਤੋਂ ਨੀਵਾਂ ਹੋ ਕੇ, ਸਿਰ ਝੁਕਾ ਕੇ ਗਰੀਬ ਨਵਾਜ ਦੇ ਸਾਹਮਣੇ ਪੁਕਾਰ ਕਰੇ ਕਿ ਗਰੀਬ ਨਵਾਜ, ਜੋ ਕਾਰਜ ਮੈਂ ਲੋੜ ਰਿਹਾ ਹਾਂ, ਇਸ ਨੂੰ ਨਿਰਵਿਘਨ ਸੰਪੂਰਨ ਕਰਵਾਓ। ਫਿਰ ਗਰੀਬ ਨਵਾਜ ਦੀ ਪ੍ਰਸੰਨਤਾ ਹੁੰਦੀ ਹੈ। ਅਸੀਂ तमाम ਉਮਰ ਵਾਸਤੇ ਅਸ਼ੀਰਵਾਦ ਲੈਣਾ ਹੁੰਦਾ ਵਿਆਹ ਸ਼ਾਦੀ ਤੇ ਅਦਬ ਸਤਿਕਾਰ ਅਸੀਂ ਗੁਰੂ ਦਾ ਭੁੱਲ ਹੀ ਜਾਂਦੇ ਹਾਂ। ਮਰਿਆਦਾ ਨੂੰ ਅਸੀਂ ਵਸਾਰ ਹੀ ਦਿੰਦੇ ਹਾਂ। ਜਿਹੜੀ ਚੀਜ਼ ਸਾਨੂੰ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਵਾ ਸਕਦੀ ਹੈ, ਉਸ ਦਾ ਤਿਆਗ ਕਰਕੇ ਅਸੀਂ ਗੁਰੂ ਦੇ ਸਾਹਮਣੇ ਕਿਸ ਤਰੀਕੇ ਨਾਲ ਅਸ਼ੀਰਵਾਦ ਦੇ ਹੱਕਦਾਰ ਹੋ ਸਕਦੇ ਹਾਂ। ਜ਼ਰੂਰੀ ਹੈ। ਜਿਵੇਂ ਕਚਹਿਰੀਆਂ ਦਾ ਆਪਣਾ ਕਾਨੂੰਨ ਹੈ, ਥਾਣਿਆਂ ਦਾ ਆਪਣਾ ਕਾਨੂੰਨ ਹੈ। ਤੁਸੀਂ ਆ DC ਦਫ਼ਤਰ ਜਾਓ ਹਾਂ, ਪਹਿਲੀ ਗੱਲ ਤੇ ਉਹ ਬਿਠਾਉਂਦਾ ਹੀ ਨਹੀਂ, ਅਫਸਰ ਹੈ ਸਮੇਂ ਦਾ। ਜੇ ਬਿਠਾ ਵੀ ਲਵੇ ਕੁਰਸੀ ਤੇ ਉਹਦੀ ਆਗਿਆ ਦੇ ਵਿੱਚ ਰਹਿਣਾ ਪੈਂਦਾ ਹੈ। ਕਈ ਡਰਦੇ ਉੱਚੀ ਨਹੀਂ ਬੋਲਦੇ ਵੀ DC ਦਾ ਦਫ਼ਤਰ ਹੈ, ਜੇ ਉੱਚੀ ਬੋਲਿਆ ਪਤਾ ਨਹੀਂ ਕੀ ਹੋ ਜਾਏਗਾ। ਡਰ ਹੁੰਦਾ ਹੈ ਨਾ ਮਨ ਦੇ ਵਿੱਚ ਕਾਨੂੰਨ ਦਾ। ਇਉਂ ਹੀ ਇਹ ਗੁਰੂ ਦਾ ਦਰਬਾਰ ਹੈ। ਇਸ ਦਰਬਾਰ ਦਾ ਵੀ ਕੋਈ ਨਿਯਮ ਹੈ, ਇਸ ਦਰਬਾਰ ਦਾ ਵੀ ਕੋਈ ਕਾਨੂੰਨ ਹੈ, ਇਸ ਦਰਬਾਰ ਦੀ ਵੀ ਕੋਈ ਮਰਿਆਦਾ ਹੈ। ਬੇਸ਼ੱਕ ਇਸ ਦਰਬਾਰ ਦੇ ਵਿੱਚੋਂ ਬੋਲ ਕੇ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ। ਬੇਸ਼ੱਕ ਇਸ ਦਰਵਾਜ਼ੇ ਦੇ, ਇਸ ਦਰ ਦੇ ਉੱਪਰੋਂ ਸਾਖਸ਼ਾਤਕਾਰ ਕਿਸੇ ਨੂੰ ਕੁਛ ਪ੍ਰਾਪਤੀਆਂ ਉਸੇ ਵਕਤ ਨਾ ਹੋ ਸਕਣ, ਹੋ ਜਾਂਦੀਆਂ। ਵੈਸੇ ਭਾਵਨਾ ਹੋਵੇ, ਜੋ ਮੰਗ ਹੈ ਠਾਕੁਰ ਆਪਣੇ ਤੇ ਪ੍ਰਾਪਤ ਹੋ ਜਾਂਦਾ ਹੈ। ਕਮੀ ਕੋਈ ਨਹੀਂ ਸਾਡੀ ਭਾਵਨਾ ਦੇ ਵਿੱਚ, ਸਾਡੀ ਘਾਲਣਾ ਦੇ ਵਿੱਚ ਹੋ ਸਕਦੀ ਹੈ ਥੋੜ। ਗੁਰੂ ਦੇ ਦੇਣ ਦੇ ਵਿੱਚ ਨਹੀਂ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਦਿੰਦਾ ਸਾਨੂੰ ਬਿਨਾਂ ਮੰਗਣ ਤੋਂ ਹੀ ਦੇਈ ਜਾ ਰਿਹਾ, ਸਾਡੀਆਂ ਜ਼ਰੂਰਤਾਂ ਸਮਝ ਕੇ। ਜੇ ਸਾਨੂੰ ਮੰਗਣ ਦੀ ਜਾਚ ਹੋਵੇ ਤੇ ਕਿਉਂ ਨਾ ਦੇਵੇ। ਪਰ ਫਿਰ ਵੀ ਇਸ ਦਰ ਦੀ ਵੀ ਕੋਈ ਮਰਿਆਦਾ ਹੈ, ਕੋਈ ਕਾਨੂੰਨ ਹੈ ਇਸ ਦਰ ਦਾ। ਜਿਹੜਾ ਨਹੀਂ ਖਿਆਲ ਰੱਖਦਾ ਕਾਨੂੰਨ, ਉਹ ਮਰਿਆਦਾ, ਬੇਸ਼ੱਕ ਸਮਾਂ ਪਾ ਕੇ ਉਹਨੂੰ ਸਜ਼ਾ ਪ੍ਰਾਪਤ ਹੋਵੇ, ਪਰ ਸਜ਼ਾ ਜ਼ਰੂਰ ਪ੍ਰਾਪਤ ਹੋਏਗੀ। ਇਹ ਗੱਲ ਚੇਤੇ ਵਿੱਚ ਰੱਖਣ ਵਾਲੇ ਹੈ।
ਸੋ ਇਸ ਤਰੀਕੇ ਦੇ ਨਾਲ, ਬੜੇ ਮਰਿਆਦਤ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਦੀਆਂ ਤਮਾਮ ਤਿਆਰੀਆਂ ਜਿਹੜੀਆਂ ਹੋ ਰਹੀਆਂ ਹਨ ਜੀ। ਗੁਰ ਚਲੇ ਰੂਪ ਅਬਰਾਮੂ, ਆਪ ਗੁਰੂ ਬਨਵਾਜ ਗੁਰੂ ਸਾਹਿਬ ਜੀ ਜਿਨ੍ਹਾਂ ਦਾ ਰੂਪ ਬੜਾ ਸੁੰਦਰ ਹੈ, ਸ਼ੋਭਾ ਵਾਲਾ ਹੈ, ਚੱਲ ਪਏ ਸੱਚੇ ਪਾਤਸ਼ਾਹ। ਜਹ ਲਾਲ ਚੰਦ ਕੋ ਧਾਮੂ, ਜਿੱਥੇ ਬਾਬਾ ਲਾਲ ਚੰਦ ਜੀ ਦਾ ਘਰ ਹੈ ਕਰਤਾਰਪੁਰ ਨਗਰ ਦੇ ਵਿੱਚ, ਜਿੱਥੇ ਉਹਨਾਂ ਨੇ ਰਹਿائش ਕੀਤੀ ਹੋਈ ਹੈ। ਧਰ ਜੋਧ ਹਾਥ ਪਰ ਹਾਥਾ, ਜੋਧ ਰਾਏ ਜੀ ਜਿਸ ਨੇ ਮਹਾਰਾਜ ਦੀ ਜੰਗ ਦੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਸ਼ੇਸ਼ ਸਾਥ ਨਿਭਾਇਆ, ਇਸ ਦੇ ਹੱਥ ਦੇ ਉੱਪਰ ਆਪਣਾ ਹੱਥ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਮੇਂ ਰੱਖਿਆ ਹੋਇਆ ਹੈ ਪ੍ਰੇਮ ਨਾਲ। ਸਭ ਭੱਲੇ ਤ੍ਰੇਹਣ ਸਾਥਾ, ਸਾਰੇ ਭੱਲਿਆਂ ਦੀ ਕੁੱਲ ਦੇ ਜਿਹੜੇ ਮੁਖੀ ਆਗੂ ਹਨ, ਤੇਹਨਾਂ ਦੀ ਕੁੱਲ ਦੇ ਵਿੱਚੋਂ ਜਿਹੜੇ ਸਿਆਣੇ ਦਾਨੇ ਮੁਖੀ ਆਗੂ ਹੈ, ਉਹ ਵੀ ਸਾਰੇ ਨਾਲ ਹੈ ਜੀ। ਸਿੱਖ ਸੰਗਤ ਮਿਲ ਸਮੁਦਾਏ, ਸਾਰੀਆਂ ਸਿੱਖ ਸੰਗਤਾਂ ਆਪਸਰੀ ਦੇ ਵਿੱਚ ਮਿਲ ਕਰਕੇ ਇਕੱਤਰ ਹੋ ਕਰਕੇ ਪਰ ਵੀਰ ਸੰਗ ਛਬ ਪਾਏ, ਸੰਗਤਾਂ ਦੇ ਸਮੇਤ ਜਿਹੜੀ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੂਰਮਿਆਂ ਦੀ ਫੌਜ ਤਿਆਰ ਕੀਤੀ ਹੈ ਨਾ, ਸੈਨਾ, ਉਹ ਫੌਜ ਵੀ ਨਾਲ ਸ਼ੋਭਾ ਪਾ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ। ਧਰ ਸਿਪਰ ਖੜਗ ਨਿਜ ਅੰਗਾ, ਉਹਨਾਂ ਸੂਰਮਿਆਂ ਨੇ ਧਾਰਨ ਕੀਤੀਆਂ ਹੋਈਆਂ ਢਾਲਾਂ ਮੋਢਿਆਂ ਦੇ ਪਿੱਛੇ ਬੰਨੀਆਂ ਹੋਈਆਂ ਹਨ। ਕਮਰ ਕੱਸੇ ਦੇ ਵਿੱਚ ਸ਼੍ਰੀ ਸਾਹਿਬਾਂ ਔਰ ਆਪਣੇ ਹੋਰ ਅੰਗਾਂ ਦੇ ਨਾਲ ਥਾਂ ਥਾਈਂ ਹੋਰ ਸ਼ਸਤਰ ਧਾਰਨ ਕੀਤੇ ਆ ਜੀ। ਜੇ ਆਹ ਬਹਾਦਰ ਜੰਗਾ, ਇਹ ਉਹ ਸੂਰਮੇ ਆ, ਉਹਨਾਂ ਨੇ ਸ਼ਸਤਰ ਧਾਰਨ ਕੀਤੇ ਜਿਹੜੇ ਬਹਾਦਰ ਹਨ ਜੰਗ ਦੇ ਵਿੱਚ, ਰਣ ਭੂਮੀ ਦੇ ਵਿੱਚ, ਜਿਨ੍ਹਾਂ ਨੇ 3 ਜੰਗਾਂ ਵਿੱਚ ਸਤਿਗੁਰਾਂ ਦੀ ਅਗਵਾਈ ਵਿੱਚ ਮੁਗਲਾਂ ਦਾ ਮੂੰਹ ਭੰਨਿਆ ਹੈ ਜੰਗ ਲੜ ਕੇ। ਗਨ ਮੇਲ ਅਪਰ ਸਭ ਚਾਲੇ, ਹੋਰ ਵੀ ਸਾਰਾ ਮੇਲ ਇਕੱਤਰ ਹੋ ਕਰਕੇ ਚੱਲ ਪਿਆ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ। ਜਹਾਂ ਦਿਸ਼ ਮਹਿ ਭੀਰ ਵਿਸਾਲੇ, 4 ਸ਼ਫੇਰੇ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਬਹੁਤ ਭਾਰੀ ਭੀੜ ਉਸ ਸਮੇਂ ਇਕੱਤਰ ਹੋ ਰਹੀ ਹੈ ਜੀ। ਪੁਰ ਵਿਖੈ ਕਰੀ ਜੇ ਬਜ਼ਾਰਾ, ਇਸ ਨਗਰ ਦੇ ਵਿੱਚ ਜਿਹੜੀਆਂ ਗਲੀਆਂ ਹਨ, ਜਿਹੜੇ ਬਣੇ ਹੋਏ ਬਾਜ਼ਾਰ ਹਨ, ਗਨ ਮਾਨਵ ਸਭਨ ਮਝਾਰਾ, ਉਹ ਸਾਰੀਆਂ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਬਹੁਤ ਸਾਰੇ ਮਨੁੱਖ ਹੈ ਇਕੱਤਰ ਹੋਏ, ਇਸ ਆਨੰਦ ਕਾਰਜ ਨੂੰ ਵੇਖਣ ਦੇ ਲਈ ਆਏ ਹੋਏ। ਧਰ ਭੂਖਨ ਬਸਤਰ ਨਵੀਨੇ, ਜਿਨ੍ਹਾਂ ਨੇ ਆਪਣੇ ਸਰੀਰ ਤੇ ਨਵੇਂ ਵਸਤਰ ਧਾਰਨ ਕੀਤੇ ਆ ਔਰ ਯਥਾ ਸ਼ਕਤ ਸੁੰਦਰ ਜਿਹੜੇ ਗਹਿਣੇ ਆ ਉਹ ਵੀ ਪਾਏ ਹੋਏ ਆ। ਬਨ ਛੈਲ ਫਿਰਤ ਰਸ ਲੀਨੇ, ਔਰ ਸੁੰਦਰ ਆਪਣੇ ਆਪ ਨੂੰ ਸਜਾ ਕਰਕੇ ਸੋਹਣੇ ਬਣ ਕੇ ਇਸ ਆਨੰਦ ਕਾਰਜ ਦੀ ਰੌਣਕ ਨੂੰ ਵੇਖਦੇ ਹੋਏ ਫਿਰ ਰਹੇ ਹਨ, ਰਸ ਲੈਂਦੇ ਹੋਏ। ਗਨ ਬਾਦਤ ਬਜੇ ਵਿਸਾਲੇ, ਬਹੁਤ ਸਾਰੇ ਵਾਜਾ ਜੰਤਰ ਹਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਸ ਸਮੇਂ ਵੱਜ ਰਹੇ ਹਨ ਜੀ। ਸਭ ਆਗੇ ਦੁੱਲਹ ਚਾਲੇ, ਸਾਰਿਆਂ ਤੋਂ ਅੱਗੇ ਸਜੇ ਹੋਏ ਦੁੱਲੇ ਦੀ ਪੋਸ਼ਾਕ ਦੇ ਵਿੱਚ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਰਹੇ ਹਨ। ਸਿਰ ਸ਼ੇਖਰ ਸੁੰਦਰ ਸੋਭੇ, ਸੀਸ ਦੇ ਉੱਪਰ ਸੁੰਦਰ ਉੱਚਾ ਜੋ ਬਣਾਇਆ ਹੋਇਆ ਮੁਕਟ ਹੈ ਦਸਤਾਰ ਦਾ, ਉਹ ਸ਼ੋਭਾ ਪਾਉਂਦਾ ਹੈ। ਨਰ ਨਾਰ ਪਿਖਤ ਮਨ ਲੋਭੇ, ਮਨੁੱਖ ਅਤੇ ਇਸਤਰੀਆਂ ਵੇਖ ਕਰਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੋਹਣੇ ਸਰੂਪ ਨੂੰ ਵਾਰਨੇ ਬਲਹਾਰਨੇ ਜਾਂਦੀਆਂ, ਆਪਣੇ ਆਪ ਨੂੰ ਵਾਰਦੀਆਂ ਜੀ। ਹਿਮ ਕਮਨੇ ਕਰਨ ਟੁਕਾਊ, ਇਸ ਤਰੀਕੇ ਨਾਲ ਚੱਲੇ ਜਾ ਰਹੇ ਹਨ ਬਰਾਤ ਦਾ ਢੁਕਾ ਕਰਨ ਦੇ ਲਈ ਬਾਬਾ ਲਾਲ ਚੰਦ ਜੀ ਦੇ ਸ਼ੁਭ ਗ੍ਰਹਿ ਵਿਖੇ। ਬਰਖਾਵਤ ਬਿਤ ਚਿਤ ਚਾਊ, ਔਰ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਬਹੁਤ ਭਾਰੀ ਚਾਹ ਹੈ, ਲੋੜਵੰਦਾਂ ਦੇ ਤਾਈਂ ਦੇਣ ਦੇ ਲਈ ਦਾਨ ਦੇ ਵਿੱਚ ਧਨ ਦੀ ਵਰਖਾ ਹੋ ਰਹੀ ਹੈ। ਤਬ ਲਾਲ ਚੰਦ ਹੋਏ ਆਗੇ, ਉਸ ਸਮੇਂ ਬਾਬਾ ਲਾਲ ਚੰਦ ਜੀ ਸਾਹਮਣੇੋਂ ਸਹੁਰੇ ਪੱਖ ਤੋਂ ਅਗਾਂਹ ਅੱਗੇ ਵੱਧ ਕਰਕੇ ਮਿਲੇ ਹਨ। ਕਰ ਮਿਲਣੀ ਪ੍ਰੇਮ ਸੋ ਪਾਗੇ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਭਗਤੀ ਪ੍ਰੇਮ ਰਸ ਦੇ ਵਿੱਚ ਭਿੱਜਿਆ ਹੋਇਆਂ ਨੇ ਮਿਲਣੀ ਕੀਤੀ। ਮਰਿਆਦਤ ਤਰੀਕੇ ਦੇ ਨਾਲ ਮਰਿਆਦਾ ਨੂੰ, ਪ੍ਰੇਮ ਨੂੰ, ਗੁਰਮਤ ਨੂੰ
ਆਪਣੇ ਖਿਆਲ ਦੇ ਵਿੱਚ ਰੱਖ ਕਰਕੇ ਕਰ ਅਗਰ ਬਿਲੰਦ ਅਕੋਰਮ ਬਹੁਤ ਸਾਰੀਆਂ ਭੇਟਾਵਾਂ ਅੱਗੇ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਭੇਟਾ ਕੀਤੀਆਂ। ਤਹ ਖਰੋ ਹੋਏ ਕਰ ਜੋਰਮ ਔਰ ਉੱਥੇ ਦੋਵੇਂ ਹੱਥ ਜੋੜ ਕਰਕੇ ਖਲੋਤੇ ਹਨ ਬਾਬਾ ਲਾਲ ਚੰਦ ਜੀ। ਪਗ ਪੰਕਜ ਕੋ ਲਪਟਾਇਓ ਗਰੀਬ ਨਵਾਜ ਦੇ ਸੁੰਦਰ ਚਰਨ ਕਮਲਾਂ ਦੇ ਨਾਲ ਲਿਪਟ ਗਿਆ ਹੈ। ਗੁਰ ਗਹਿ ਕਰ ਹਾਥ ਉਠਾਇਓ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਵਿੱਚ ਇਹਨਾਂ ਦਾ ਹੱਥ ਪਕੜਿਆ ਔਰ ਪਕੜ ਕਰਕੇ ਉਠਾ ਲਿਆ। ਮਿਲ ਅੰਕ ਗਇਓ ਨਿਜ ਧਾਮਾ ਗਰੀਬ ਨਵਾਜ ਨੇ ਗਲਵਕੜੀ ਦੇ ਵਿੱਚ ਲੈ ਕਰਕੇ ਇਸ ਦੇ ਨਾਲ ਮਿਲਾਪ ਕੀਤਾ। ਇਹ ਸੱਚੇ ਪਾਤਸ਼ਾਹ ਨੂੰ ਸਤਿਕਾਰ ਦੇ ਨਾਲ ਆਪਣੇ ਘਰ ਦੇ ਵਿੱਚ ਲੈ ਕੇ ਗਿਆ। ਕਰ ਤਿਆਰ ਭਲੇ ਸਭ ਸਾਮਾ ਔਰ ਸਾਰਾ ਸਮਾਨ ਹੈ ਜਿਹੜਾ ਉਸ ਸਮੇਂ ਭਲੀ ਪ੍ਰਕਾਰ ਤਿਆਰ ਕੀਤਾ ਹੋਇਆ ਹੈ। ਸ਼੍ਰੀ ਤੇਗ ਬਹਾਦਰ ਭਾਏ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸ਼ੋਭਾ ਪਾ ਰਹੇ ਹਨ। ਸਸੁਰਾਲ ਦੁਆਰ ਲਗ ਆਏ ਸਹੁਰਿਆਂ ਦੇ ਘਰ ਦੇ ਵਿੱਚ ਦੁਆਰ ਗੇਟ ਤੱਕ ਚੱਲ ਕਰਕੇ ਪਹੁੰਚ ਗਏ ਸੱਚੇ ਪਾਤਸ਼ਾਹ। ਕੁਲ ਰੀਤ ਕਰੀ ਨਰ ਨਾਰੀ ਜਿਹੜੀ ਕੁਲ ਦੀ ਰੀਤੀ ਹੈ ਉਹ ਸਾਰੀ ਨਿਭਾਈ ਹੈ ਮਨੁੱਖ ਅਤੇ ਇਸਤਰੀਆਂ ਨੇ। ਬਹੁ ਗਾਵਤ ਦੇ ਕਰ ਗਾਰੀ ਸੁੰਦਰ ਸੁੰਦਰ ਮਿੱਠੇ ਮਿੱਠੇ ਗੀਤ ਗਾ ਕੇ ਆਸ਼ੀਰਵਾਦ ਦੇ ਸ਼ੁਭ ਸਮਾਜਿਕ ਧਾਰਮਿਕ ਅਧਿਆਤਮਿਕ ਇਹ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਤਾਈਂ ਆਸ਼ੀਰਵਾਦ ਬਖਸ਼ਦੀਆਂ ਜਿਹੜੀਆਂ ਸਿਆਣੀਆਂ ਇਸਤਰੀਆਂ ਹੈ ਸਾਹਮਣਿਓ। ਪੁਨ ਹਟ ਕਰ ਡੇਰਾ ਕੀਨਾ ਫਿਰ ਇਸ ਤਰੀਕੇ ਨਾਲ ਵਾਪਸ ਹਟ ਕਰਕੇ ਸਾਰੀ ਬਰਾਤ ਨੇ ਡੇਰਾ ਕੀਤਾ। ਔਰ ਅਧਿਕ ਕੋਲਾਹਲ ਚੀਨਾ ਇਸ ਸਾਰੇ ਨਗਰ ਦੇ ਵਿੱਚ ਬਹੁਤ ਭਾਰੀ ਰੌਣਕ ਉਸ ਸਮੇਂ ਬਣੀ ਹੋਈ ਹੈ ਜੀ। ਸਭ ਟਿਕੀ ਬਰਾਤ ਆਨੰਦੇ ਕਿਉਂ ਸਾਰੀ ਦੀ ਸਾਰੀ ਬਰਾਤ ਬੜੇ ਭਾਰੀ ਆਨੰਦ ਦੇ ਨਾਲ ਟਿਕ ਗਈ ਹੈ, ਵਿਸ਼ਰਾਮ ਕਰਨ ਲੱਗ ਪਈ। ਗਨ ਮੰਗਲ ਪਿਖ ਹਰ ਖੰਦੇ ਬੇਅੰਤ ਮੰਗਲ ਖੁਸ਼ੀਆਂ ਵੇਖ ਕਰਕੇ ਇਹ ਖੁਸ਼ੀਆਂ ਦਾ ਸਮਾਂ ਵੇਖ ਕਰਕੇ ਜਿਤਨੇ ਮਨੁੱਖ ਹਨ ਇਸਤਰੀਆਂ ਹਨ ਸਭ ਹਰਖਵੰਤ ਹੈ, ਸਭ ਪ੍ਰਸੰਨ ਹੈ, ਖੁਸ਼ ਹੈ। ਸੋ ਪ੍ਰਸੰਗ ਦੀ ਸਮਾਪਤੀ ਹੈ, ਸਮੇਂ ਦੀ ਵੀ ਸਮਾਪਤੀ ਹੈ। ਇੱਥੋਂ ਤੱਕ ਇਤਿਹਾਸ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮਾਪਤੀ ਹੈ। ਸਭ ਟਿਕੀ ਬਰਾਤ ਆਨੰਦੇ ਗਨ ਮੰਗਲ ਪਿਖ ਹਰ ਖੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।